ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਸਿਹਤ ਟੂਡੇ ਦੇ ਵਿੱਚ। ਸੋ ਅੱਜ ਦੇ ਸਾਡੇ ਸਪੈਸ਼ਲ ਗੈਸਟ ਨੇ ਡਾਕਟਰ ਪਰਨੀਤ ਸਿੰਘ, ਕੰਸਲਟੈਂਟ ਰੇਡੀਏਸ਼ਨ ਓਨਕੋਲੋਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਮਿਸ ਗੁਰਲੀਨ, ਐਂਡ ਆਈ ਲਾਈਕ ਟੂ ਫਸਟ ਆਫ ਆਲ ਥੈਂਕ ਯੂ ਐਂਡ ਪੰਜਾਬ ਟੂਡੇ ਟੀਮ ਫॉर ਇਨਵਾਈਟਿੰਗ ਮੀ ਫॉर ਦਿਸ ਵੰਡਰਫੁਲ ਟਾਕ। ਆ ਪਲੇਜ਼ਰ ਸਰ। ਸੋ ਸ਼ੁਰੂਆਤ ਕਰਦੇ ਹਾਂ ਸਰ, ਰੇਡੀਏਸ਼ਨ ਓਨਕੋਲੋਜੀ ਦਾ ਹੀ ਪਾਰਟ ਹੈ, ਕੀ ਫਰਕ ਹੈ ਇਹਨਾਂ ਦੇ ਵਿੱਚ? ਰੇਡੀਏਸ਼ਨ ਓਨਕੋਲੋਜੀ ਦਾ ਪਾਰਟ ਹੈ। ਓਨਕੋਲੋਜੀ ਦਾ ਟ੍ਰੀਟਮੈਂਟ ਬੇਸਿਕਲੀ 3 ਸਤੰਭ ਹੁੰਦੇ ਨੇ। ਆਪਾਂ ਕਹਿੰਦੇ ਹਾਂ ਸਰਜਰੀ, ਕੀਮੋਥੈਰੇਪੀ ਤੇ ਰੇਡੀਏਸ਼ਨ ਥੈਰੇਪੀ। ਸਰਜਰੀ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਸਰਜਰੀ ਹੁੰਦੀ ਹੈ, ਕੀਮੋ ਜਿਹੜੀ ਆਪਾਂ ਗਲੂਕੋਜ਼ ਦੀ ਬੋਟਲਸ ਦਿੰਦੇ ਹਾਂ, ਤੇ ਰੇਡੀਏਸ਼ਨ ਹੁੰਦੀ ਹੈ ਇੱਕ ਮਸ਼ੀਨ ਦੇ ਥਰੂ ਹਾਈ ਐਨਰਜੀ ਐਕਸ-ਰੇਜ਼ ਨਾਲ ਟ੍ਰੀਟਮੈਂਟ ਕਰਨਾ। ਤਾਂ ਇਹ ਤਿੰਨੋਂ ਚੀਜ਼ਾਂ ਓਨਕੋਲੋਜੀ ਦਾ ਇੱਕ ਟੋਟਲ ਟ੍ਰੀਟਮੈਂਟ ਪਲਾਨ ਹੁੰਦਾ। ਤੇ ਅਸੀਂ ਜਿਵੇਂ ਦੇਖਦੇ ਹਾਂ ਕਿ ਤਕਰੀਬਨ 70 ਤੋਂ 80% ਪੇਸ਼ੈਂਟਸ ਨੂੰ, ਕੈਂਸਰ ਪੇਸ਼ੈਂਟਸ ਨੂੰ ਸਾਨੂੰ ਰੇਡੀਏਸ਼ਨ ਥੈਰੇਪੀ ਦੇਣੀ ਹੀ ਪੈਂਦੀ ਹੈ, ਚਾਹੇ ਪਹਿਲਾਂ ਬਾਅਦ ਵਿੱਚ ਜਾਂ ਜਦੋਂ ਉਹਨਾਂ ਨੂੰ ਪੇਨ ਵਗੈਰਾ ਹੋਏ ਉਸ ਜਗ੍ਹਾ 'ਤੇ। ਕੋਈ ਪਾਰਟਿਕੂਲਰ ਸਟੇਜ ਹੁੰਦੀ ਹੈ ਸਰ ਕੈਂਸਰ ਦੀ ਜਿਹਦੇ ਅਸੀਂ ਡਿਸਾਈਡ ਕਰਦੇ ਹਾਂ ਵੀ ਕੀਮੋਥੈਰੇਪੀ ਦੇਣੀ ਹੈ ਜਾਂ ਰੇਡੀਏਸ਼ਨ ਦੇਣੀ ਹੈ? ਐਕਚੁਅਲੀ ਮੈਂ ਤੁਹਾਨੂੰ ਦੱਸਿਆ ਨਾ ਕਿ ਹਰ ਸਟੇਜ ਵਿੱਚ ਹਰ ਚੀਜ਼ ਦਾ ਰੋਲ ਹੈਗਾ ਡਿਪੈਂਡਿੰਗ ਔਨ ਦਾ ਲੋਕੇਸ਼ਨ। ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਖਾਣੇ ਦੇ ਰਸਤੇ ਦੇ ਕੈਂਸਰ ਦਾ। ਆਪਾਂ ਖਾਣੇ ਦੇ ਰਸਤੇ ਦਾ ਕੈਂਸਰ ਅਗਰ ਕਿਸੇ ਨੂੰ ਹੁੰਦਾ ਹੈ ਤਾਂ ਉਹਦੇ 'ਚ ਪਹਿਲਾਂ ਕੀਮੋ ਤੇ ਰੇਡੀਏਸ਼ਨ ਨਾਲ ਦਿੰਦੇ ਆ 5 ਹਫ਼ਤੇ ਵਾਸਤੇ, ਉਸ ਤੋਂ ਬਾਅਦ ਸਰਜਰੀ ਹੁੰਦੀ ਹੈ। ਕਈ ਕੇਸਿਸ 'ਚ ਆਪਾਂ ਪਹਿਲਾਂ ਕੀਮੋ ਦਿੰਦੇ ਹਾਂ, ਉਸ ਤੋਂ ਬਾਅਦ ਸਰਜਰੀ ਹੁੰਦੀ ਹੈ। ਕਈ ਕੇਸਿਸ ਵਿੱਚ ਆਪਾਂ ਪਹਿਲਾਂ ਸਰਜਰੀ ਕਰਦੇ ਹਾਂ, ਜਿਵੇਂ ਬ੍ਰੈਸਟ 'ਚ ਆਪਾਂ ਅਗਰ ਅਰਲੀ ਸਟੇਜ ਹੈਗੀ ਹੈ, ਆਪਾਂ ਪਹਿਲਾਂ ਸਰਜਰੀ ਕਰਾਂਗੇ, ਫਿਰ ਕੀਮੋ ਦੇਵਾਂਗੇ, ਫਿਰ ਰੇਡੀਏਸ਼ਨ ਦੇਵਾਂਗੇ। ਤਾਂ ਡਿਪੈਂਡਿੰਗ ਔਨ ਸਟੇਜ, ਟਾਈਪ ਆਫ ਕੈਂਸਰ ਐਂਡ ਲੋਕੇਸ਼ਨ ਆਫ ਕੈਂਸਰ, ਇਹ 3-4 ਚੀਜ਼ਾਂ ਇੰਟਰਚੇਂਜੇਬਲ ਹੁੰਦੀਆਂ, ਕੋਈ ਪਹਿਲਾਂ ਕਦੀ ਬਾਅਦ ਵਿੱਚ। ਬਟ ਅਰਾਊਂਡ 70-80% ਪੇਸ਼ੈਂਟਸ ਨੂੰ ਰੇਡੀਏਸ਼ਨ ਮਿਲਦੀ ਹੈ ਜਿਹੜੇ ਕੈਂਸਰ ਨਾਲ ਗ੍ਰਸਤ ਹੁੰਦੇ ਨੇ। ਸਰ ਜਿਹੜੇ ਕਾਮਨਲੀ ਆਸਕਡ ਜਾਂ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਹੈ ਸਾਡੇ ਦਰਸ਼ਕਾਂ ਦੇ ਵੀ, ਰੇਡੀਏਸ਼ਨ ਥੈਰੇਪੀ ਪੇਨਫੁਲ ਆ? ਬਿਲਕੁਲ ਵੀ ਨਹੀਂ। ਰੇਡੀਏਸ਼ਨ ਥੈਰੇਪੀ ਆਪਣੇ ਆਪ 'ਚ ਪੇਨਫੁਲ ਨਹੀਂ ਹੈ। ਹੁਣ ਆਮ ਸ਼ੋਰ ਹਰ ਕਿਸੇ ਨੇ ਕਦੀ ਨਾ ਕਦੀ ਹਸਪੀਟਲ ਗਿਆ ਹੁੰਦਾ, ਉਹਨੇ ਐਕਸਰੇ ਕਰਾਇਆ ਹੁੰਦਾ ਇੱਕ, ਤਾਂ ਜਿੰਨਾ ਕੁ ਦਰਦ ਐਕਸਰੇ ਕਰਾਉਣ 'ਚ ਹੁੰਦਾ ਹੈ ਓਨਾ ਕੁ ਦਰਦ ਰੇਡੀਏਸ਼ਨ 'ਚ ਹੁੰਦਾ ਹੈ, ਕਿਉਂਕਿ ਉਹ ਵੀ ਐਕਸਰੇ ਨਾਲ ਹੀ ਟ੍ਰੀਟਮੈਂਟ ਹੁੰਦਾ। ਤਾਂ ਆਪਾਂ ਨੂੰ ਸਭ ਪਤਾ ਹੈ ਕਿ ਐਕਸਰੇ ਨਾਲ ਕਿੰਨਾ ਕੁ ਦਰਦ ਹੁੰਦਾ, ਹਾਰਡਲੀ ਕੁਝ ਵੀ ਦਰਦ ਨਹੀਂ ਹੁੰਦਾ। ਸੇਮ ਰੇਡੀਏਸ਼ਨ ਹੁੰਦੀ ਹੈ, ਐਕਸਰੇ ਹਾਈ ਐਨਰਜੀ ਐਕਸਰੇਜ਼ ਹੁੰਦੀਆਂ ਨੇ। ਹਾਂ, ਰੇਡੀਏਸ਼ਨ ਦੇ ਥੋੜ੍ਹੇ ਸਾਈਡ ਇਫੈਕਟ ਹੁੰਦੇ ਨੇ ਬਾਅਦ ਵਿੱਚ, ਬਟ ਰੇਡੀਏਸ਼ਨ ਕਰਦੇ ਵੇਲੇ ਕੋਈ ਪੇਨ ਨਹੀਂ ਹੁੰਦੀ ਪੇਸ਼ੈਂਟ ਨੂੰ। ਤੁਸੀਂ ਜਿਵੇਂ ਦੱਸਿਆ ਕਿ ਕੁਝ ਸਾਈਡ ਇਫੈਕਟਸ ਹੁੰਦੇ ਆ, ਤੇ ਐਕਿਊਟ ਕਾਮਨ ਸਾਈਡ ਇਫੈਕਟਸ ਕਿਹੜੇ ਨੇ? ਐਕਿਊਟ ਔਰ ਕ੍ਰੋਨਿਕ ਦੋਨੋਂ ਸਾਈਡ ਇਫੈਕਟਸ ਡਿਪੈਂਡ ਕਰਦੇ ਨੇ ਆਪਾਂ ਕਿੱਥੇ ਦੀ ਰੇਡੀਏਸ਼ਨ ਕਰ ਰਹੇ ਹਾਂ, ਕਿਉਂਕਿ ਇਹ ਲੋਕਲ ਟ੍ਰੀਟਮੈਂਟ ਹੈਗਾ। ਲੋਕਲ ਟ੍ਰੀਟਮੈਂਟ ਦਾ ਮਤਲਬ ਵੀ ਜਿਹੜਾ ਏਰੀਆ ਟ੍ਰੀਟ ਹੋ ਰਿਹਾ ਉੱਥੇ ਹੀ ਫਾਇਦਾ ਹੋਣਾ ਅਤੇ ਉੱਥੇ ਹੀ ਸਾਈਡ ਇਫੈਕਟ ਆਉਣਾ। ਇਹ ਨਹੀਂ ਹੁੰਦਾ ਵੀ ਆਪਾਂ ਅਗਰ ਮੂੰਹ ਦਾ ਰੇਡੀਏਸ਼ਨ ਕਰ ਰਹੇ ਹਾਂ ਤਾਂ ਕੋਈ ਕਿਸੇ ਦੀ ਪਿੱਠ 'ਚ ਦਰਦ ਹੋ ਜਾਏਗਾ ਜਾਂ ਕਿਸੇ ਦੇ ਹੋਰ ਕਿਤੇ ਕੁਝ ਪ੍ਰੋਬਲਮ ਆਏਗੀ। ਜਿਵੇਂ ਹੁਣ ਮੂੰਹ ਦਾ ਕੈਂਸਰ ਸੀਗਾ ਕਿਸੇ ਨੂੰ, ਆਪਾਂ ਉਹਨੂੰ ਰੇਡੀਏਸ਼ਨ ਦੇ ਰਹੇ ਹਾਂ ਤਾਂ ਉਹਨੂੰ ਮੂੰਹ 'ਚ ਛਾਲੇ ਹੋਣਗੇ। ਅਗਰ ਜਦੋਂ ਛਾਲੇ ਹੋ ਜਾਂਦੇ ਨੇ, ਖਾਣਾ ਨਿਕਲਣ 'ਚ ਦਿੱਕਤ ਆ ਸਕਦੀ ਹੈ, ਸਕਿਨ ਦੀ ਥੋੜ੍ਹੀ ਬਲੈਕਨਿੰਗ ਹੋ ਜਾਂਦੀ ਹੈ। ਤਾਂ ਇਹ ਸਭ ਖਾਣੇ ਦੇ ਰਸਤੇ ਦਾ, ਮੂੰਹ ਦਾ ਆਪਾਂ ਕਰਦੇ ਹਾਂ। ਐਵੇਂ ਹੀ ਅਗਰ ਲੈਟਰਿਨ ਦੇ ਰਸਤੇ ਦਾ ਕੈਂਸਰ ਹੈ, ਉਹਦੇ 'ਚ ਰੇਡੀਏਸ਼ਨ ਚੱਲ ਰਹੀ ਹੈ ਤਾਂ ਉਹਨੂੰ ਥੋੜ੍ਹਾ ਲੈਟਰਿਨ ਦੇ ਰਸਤੇ ਜਲਨ ਹੋ ਸਕਦੀ ਹੈ, ਪਿਸ਼ਾਬ ਦੇ ਰਸਤੇ ਜਲਨ ਹੋ ਸਕਦੀ ਹੈ। ਔਰ ਇਹ ਚੀਜ਼ਾਂ ਯੂਜੂਲੀ ਇਹ ਹੁੰਦੀਆਂ ਨੇ ਕਿ ਵਾਪਸ ਦੁਬਾਰਾ ਠੀਕ ਹੋ ਜਾਂਦੀਆਂ ਨੇ ਰੇਡੀਏਸ਼ਨ ਖਤਮ ਹੋਣ ਤੋਂ 10 ਤੋਂ 15 ਦਿਨ ਬਾਅਦ। And what about hair loss in both the treatments, chemotherapy and radiation? ਅਗੇਨ ਜਿਵੇਂ ਤੁਹਾਨੂੰ ਕਿਹਾ ਕਿ ਕੀਮੋਥੈਰੇਪੀ 'ਚ ਹੇਅਰ ਲਾਸ ਹੁੰਦਾ ਹੈ, ਪਰ ਸਾਰੀਆਂ 'ਚ ਨਹੀਂ ਹੁੰਦਾ। ਇਹ ਇੱਕ ਮੇਰਾ ਮਿਸਨੋਮਰ ਹੈ, ਜਾਂ ਲੋਕ ਗਲਤ ਸੋਚਦੇ ਨੇ ਕਿ ਵੀ ਕੀਮੋ ਲੱਗੇਗੀ ਤਾਂ ਸਾਰੇ ਵਾਲ ਗਿਰ ਜਾਣਗੇ। ਐਸਾ ਨਹੀਂ ਹੈ। ਹੁਣ ਜਿਵੇਂ ਆਪਾਂ ਹੈਡ ਐਂਡ ਨੈਕ ਕੈਂਸਰ, ਮੂੰਹ ਦੇ ਕੈਂਸਰ ਦਾ ਜਦੋਂ ਆਪਾਂ ਕੀਮੋ ਰੇਡੀਏਸ਼ਨ ਕਰਦੇ ਹਾਂ, ਉਸ ਕੀਮੋ ਨਾਲ ਹਾਰਡਲੀ ਕੋਈ ਹੇਅਰ ਲਾਸ ਹੁੰਦਾ। ਉੱਦਾਂ ਹੀ ਰੇਡੀਏਸ਼ਨ ਨਾਲ ਉੱਥੇ ਹੀ ਹੇਅਰ ਲਾਸ ਹੋਏਗਾ ਜਿੱਥੇ ਦੀ ਰੇਡੀਏਸ਼ਨ ਚੱਲ ਰਹੀ ਹੈ। ਸਪੋਜ਼ ਆਪਾਂ ਮੇਲਸ ਦੀ ਕਿਸੇ ਦੀ ਮੂੰਹ ਦੀ ਰੇਡੀਏਸ਼ਨ ਕਰ ਰਹੇ ਹਾਂ ਤਾਂ ਮੂੰਹ ਦੇ ਵਾਲ ਗਿਰਨਗੇ, ਸਿਰ ਦੇ ਨਹੀਂ। ਤਾਂ ਜਿੰਨਾ ਏਰੀਆ ਟ੍ਰੀਟ ਹੋ ਰਿਹਾ, ਸਾਈਡ ਇਫੈਕਟਸ ਉੱਥੇ ਹੀ ਆਉਂਦੇ ਨੇ ਕਿਉਂਕਿ ਇਫੈਕਟ ਉੱਥੇ ਆ ਰਿਹਾ। ਠੀਕ ਹੈ। ਸੋ ਫਸਟ ਰੇਡੀਏਸ਼ਨ ਜਾਂ ਫਸਟ ਕੀਮੋਥੈਰੇਪੀ ਟ੍ਰੀਟਮੈਂਟ ਤੋਂ ਬਾਅਦ ਵਾਟ ਰਿਜ਼ਲਟਸ ਵੀ ਸ਼ੁੱਡ ਐਕਸਪੈਕਟ? ਫਸਟ ਟ੍ਰੀਟਮੈਂਟ ਨਾਲ ਕੁਝ ਵੀ ਨਹੀਂ ਹੁੰਦਾ, ਕਿਉਂਕਿ ਟ੍ਰੀਟਮੈਂਟ ਰੇਡੀਏਸ਼ਨ ਦਾ ਲੰਬਾ ਹੁੰਦਾ, ਮਹੀਨੇ ਤੋਂ ਲੈ ਕੇ 1.5 ਮਹੀਨੇ ਤੱਕ ਦਾ। ਤਾਂ ਯੂਜੂਲੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ, ਉਹਦੇ 'ਚ ਰੇਡੀਏਸ਼ਨ ਦਾ ਸਭ ਤੋਂ ਇੰਪੋਰਟੈਂਟ ਰੋਲ ਹੁੰਦਾ। ਤਾਂ ਉਹ ਆਪਾਂ ਕਹਿੰਦੇ ਹਾਂ ਕਿ 15 ਤੋਂ 20 ਰੇਡੀਏਸ਼ਨ ਬਾਅਦ ਅਸੀਂ ਇਫੈਕਟ ਦੇਖਣਾ ਸ਼ੁਰੂ ਕਰ ਦਿੰਦੇ, ਫਿਰ ਉਹ ਪ੍ਰੋਗਰੈਸਿਵਲੀ ਜੋ ਇਨਕਰੀਜ਼ ਕਰਦਾ ਜਾਂਦਾ। ਤਾਂ ਇੱਕ ਅੱਧੀ ਰੇਡੀਏਸ਼ਨ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਹਾਂ, ਜੇ ਆਪਾਂ ਰੇਡੀਏਸ਼ਨ ਦੇ ਰਹੇ ਹਾਂ ਕਿਸੇ ਨੂੰ ਪੇਨ ਮੈਨੇਜਮੈਂਟ ਵਾਸਤੇ, ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਸਟੇਜ 4 ਕੈਂਸਰ ਜਿਵੇਂ ਹੁੰਦਾ ਤਾਂ ਬਿਮਾਰੀ ਬੋਡੀ 'ਤੇ ਹੱਡੀਆਂ ਵਗੈਰਾ 'ਚ ਫੈਲ ਗਈ ਹੈ, ਤਾਂ ਹੱਡੀ 'ਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਕਈ ਵਾਰੀ ਆਪਾਂ ਰੇਡੀਏਸ਼ਨ ਦਿੰਦੇ ਹਾਂ ਉਸ ਏਰੀਆ ਨੂੰ, ਸਿਰਫ ਉਸ ਹੱਡੀ ਨੂੰ, ਤਾਂ ਕਿ ਉੱਥੇ ਪੇਨ ਰਿਲੀਫ ਹੋ ਸਕੇ। ਕਈਆਂ ਨੂੰ ਪੇਨ ਰਿਲੀਫ 1-2 ਰੇਡੀਏਸ਼ਨ ਤੋਂ ਬਾਅਦ ਹੋ ਜਾਂਦਾ, ਕਿਸੇ ਨੂੰ 3-4 ਤੋਂ ਬਾਅਦ ਹੋ ਜਾਂਦਾ। ਇਸ ਟ੍ਰੀਟਮੈਂਟ ਦੇ ਦੌਰਾਨ ਜਾਂ ਪ੍ਰੋਸੈਸ ਦੇ ਦੌਰਾਨ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਆ?
ਫਿਰ ਉਹ ਮੈਂ ਕਿਉਂਕਿ ਮੈਂ ਵਾਰ-ਵਾਰ ਤੁਸੀਂ ਕਹੋਗੇ ਮੈਂ ਵਾਰ-ਵਾਰ ਇਸੀ ਗੱਲ 'ਤੇ ਆ ਰਿਹਾ ਕਿ ਲੋਕਲ ਹੈਗਾ ਤਾਂ ਆਪਾਂ ਨੇ ਲੋਕਲ ਚੀਜ਼ਾਂ ਦਾ ਧਿਆਨ ਰੱਖਣਾ ਹੈ। ਲੋਕਲ ਚੀਜ਼ਾਂ ਜਿਵੇਂ ਆਪਾਂ ਮੂੰਹ ਦਾ ਕੈਂਸਰ ਦਾ ਟ੍ਰੀਟਮੈਂਟ ਕਰ ਰਹੇ ਹਾਂ ਤਾਂ ਮੂੰਹ ਦੀ ਸਫਾਈ ਰੱਖਣੀ ਹੈਗੀ ਹੈ, ਸ਼ੇਵਿੰਗ ਨਹੀਂ ਕਰਨੀ ਹੈਗੀ। ਜੋ ਬੇਸਿਕ ਆਪਾਂ ਧਿਆਨ ਰੱਖਣੇ ਹੁੰਦੇ ਨੇ ਇਹ ਹੁੰਦਾ ਹੈ ਕਿ ਆਪਾਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਹੈਗਾ। 2 ਤੋਂ 3 ਲੀਟਰ ਪਾਣੀ ਅਸੀਂ ਐਟਲੀਸਟ ਕਹਿੰਦੇ ਹਾਂ, ਕਿਉਂਕਿ ਰੇਡੀਏਸ਼ਨ ਜਿੰਨਾ ਪਾਣੀ ਬੋਡੀ ਹਾਈਡਰੇਟਿਡ ਰਹੇਗੀ ਓਨਾ ਹੀ ਪੇਸ਼ੈਂਟ ਬੈਟਰ ਰੇਡੀਏਸ਼ਨ ਨੂੰ ਰਿਸਪੌਂਡ ਕਰੇਗਾ। ਫਿਰ ਅਸੀਂ ਕਹਿੰਦੇ ਹਾਂ ਕਿ ਆਪਣਾ ਖਾਣਾ ਇੰਪਰੂਵ ਕਰੋ, ਐਵਰੀ 2 to 3 ਆਵਰਸ ਆਪਣਾ ਕੁਛ ਨਾ ਕੁਛ ਮੀਲ ਜ਼ਰੂਰ ਲਓ। ਫਰੂਟਸ ਜ਼ਿਆਦਾ ਸਟ੍ਰੈਸ ਨਹੀਂ ਦੇਈਦਾ ਕਿਉਂਕਿ ਫਰੂਟਸ 90% ਵਾਟਰ ਹੁੰਦਾ ਹੈ। ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਇੱਕ ਹੈਲਦੀ ਆਪਣੀ ਡਾਈਟ ਰੱਖੋ, ਬੋਡੀ ਦੇ ਹਿਸਾਬ ਨਾਲ ਐਟਲੀਸਟ 80 to 100 ਗ੍ਰਾਮਸ ਆਫ ਪ੍ਰੋਟੀਨਸ ਖਾਓ, ਵੇਟ ਦੇ ਹਿਸਾਬ ਨਾਲ ਬੋਡੀ ਕੈਲਰੀਜ਼ ਖਾਓ 2500 ਤੋਂ 3000 ਕੈਲਰੀਜ਼ ਤੱਕ। ਇੱਦਾਂ ਦੀ ਚੀਜ਼ਾਂ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਰਹਿੰਦੇ ਹਾਂ ਡੇ ਟੂ ਡੇ ਬੇਸਿਸ 'ਤੇ। ਸੋ ਇਜ਼ ਇਟ ਪੋਸੀਬਲ ਟੂ ਰਿਟਰਨ ਟੂ ਨਾਰਮਲ ਲਾਈਫ ਐਕਟੀਵਿਟੀਜ਼? ਐਬਸੋਲੂਟਲੀ ਅਗਰ ਤੁਸੀਂ ਸਾਰੀਆਂ ਸਾਡੀਆਂ ਗੱਲਾਂ ਮੰਨ ਰਹੇ ਹੋ, ਮੋਰ ਆਫਨ ਦੈਨ ਨਾਟ ਤੁਸੀਂ ਆਪਣੀ ਜੋ ਲਾਈਫਸਟਾਈਲ ਤੁਹਾਡਾ ਰੇਡੀਏਸ਼ਨ ਤੋਂ ਪਹਿਲਾਂ ਸੀਗਾ ਉਸ ਦੇ 90-95% ਤੁਸੀਂ ਇਨ ਦ ਨੈਕਸਟ 1 to 1.5 ਮੰਥ 'ਤੇ ਪਹੁੰਚ ਜਾਂਦੇ ਹੋ। ਕੁਛ ਲੋਕ ਜੋ ਸਲਾਹ ਨਹੀਂ ਮੰਨਦੇ, ਜਿਵੇਂ ਉਹਨਾਂ ਮਾਊਥ ਕਲੀਨਿੰਗ ਨਹੀਂ ਰੱਖਣਗੇ, ਉਹ ਛਾਲੇ ਵਧਣਗੇ, ਇਨਫੈਕਸ਼ਨਸ ਹੋਣਗੀਆਂ, ਉਹ ਫਿਰ ਪ੍ਰੋਬਲਮ ਐਕਸਕੇਲੇਟ ਕਰ ਜਾਂਦੀ ਹੈ। ਫਿਰ ਆਪਾਂ ਨੂੰ ਰੇਡੀਏਸ਼ਨ ਰੋਕਣੀ ਵੀ ਪੈਂਦੀ ਹੈ। ਬਟ ਸਾਡੀ ਐਡਵਾਈਸ ਇਹ ਹੁੰਦੀ ਹੈ ਵੀ ਰੇਡੀਏਸ਼ਨ ਰੋਕਣੀ ਨਹੀਂ ਚਾਹੀਦੀ, ਜਿਵੇਂ ਮਰਜ਼ੀ ਆਪਾਂ ਕਲੀਨ ਕਰੀਏ ਜਾਂ ਜਿਵੇਂ ਵੀ ਟ੍ਰੀਟਮੈਂਟ ਲਈਏ। ਜਿਵੇਂ ਤੁਸੀਂ ਕਿਹਾ ਕਿ ਕਾਫੀ ਮਿਥਸ ਨੇ ਕੈਂਸਰ ਟ੍ਰੀਟਮੈਂਟ ਨੂੰ ਲੈ ਕੇ, ਕੀਮੋਥੈਰੇਪੀ ਨੂੰ ਲੈ ਕੇ ਜਾਂ ਰੇਡੀਏਸ਼ਨ ਨੂੰ ਲੈ ਕੇ। ਇੱਕ ਮਿਥ ਮੈਂ ਵੀ ਸੁਣਿਆ ਸੀਗਾ ਕਿ ਹੈਅਰ ਲਾਸ ਦੇ ਨਾਲ ਉਹ ਤੁਸੀਂ ਕਲੀਅਰ ਕਰਤਾ ਕਿ ਜੇ ਅਸੀਂ ਰੇਡੀਏਸ਼ਨ ਥੈਰੇਪੀ ਵੱਲ ਜਾਂਦੇ ਹਾਂ ਤਾਂ ਵੀਲ ਆਲਸੋ ਬੀ ਪ੍ਰੋਨ ਟੂ ਰੇਡੀਓ ਐਕਟੀਵਿਟੀ। ਨਹੀਂ ਉਹ ਪਹਿਲਾਂ ਵਾਲੇ ਰੇਡੀਏਸ਼ਨ ਮਸ਼ੀਨ ਥੋੜ੍ਹਾ ਬਹੁਤ ਆਪਾਂ ਮੰਨ ਸਕਦੇ ਹਾਂ, ਬਟ ਨਾਟ ਐਨੀ ਮੋਰ। ਹੁਣ ਤਾਂ ਮੈਂ ਤੁਹਾਨੂੰ ਦੱਸਿਆ ਨਾ, ਜਿਵੇਂ ਐਕਸਰੇ ਨਾਲ ਟ੍ਰੀਟਮੈਂਟ ਹੋਣਾ, ਜਿੰਨੀ ਦੇਰ ਤੁਸੀਂ ਅੰਦਰ ਮਸ਼ੀਨ ਦੇ ਕਾਊਚ ਹੁੰਦਾ ਇੱਕ ਜਿਸ 'ਤੇ ਤੁਸੀਂ ਲੇਟ ਕੇ ਟ੍ਰੀਟਮੈਂਟ ਹੁੰਦਾ, ਜਿੰਨੀ ਦੇਰ ਤੁਸੀਂ ਉਸ ਕਾਊਚ 'ਤੇ ਲੇਟੇ ਹੋਏ ਹੋ ਉਨੀ ਦੇਰ ਮਸ਼ੀਨ ਨੇ ਔਨ ਰਹਿਣਾ, ਉਨੀ ਦੇਰ ਹੀ ਉਹਦੇ 'ਚੋਂ ਰੇਡੀਏਸ਼ਨ ਨਿਕਲਣੀ ਹੈ। ਵੰਸ ਉਹ ਖ਼ਤਮ ਹੋ ਗਿਆ ਤਾਂ ਅਸੀਂ ਮਸ਼ੀਨ ਆਫ ਹੋ ਜਾਏਗੀ ਅਤੇ ਸਾਡਾ ਸਟਾਫ ਅੰਦਰ ਜਾ ਕੇ ਤੁਹਾਨੂੰ ਉਠਾਏਗਾ। ਉਦੋਂ ਕੋਈ ਰੇਡੀਏਸ਼ਨ ਨਹੀਂ ਹੁੰਦੀ। ਤੁਸੀਂ ਬਾਹਰ ਆ ਕੇ ਵੀ ਤੁਸੀਂ ਆਪਣੀ ਇੱਕ ਨੋਰਮਲ ਲਾਈਫ ਜੀ ਸਕਦੇ ਹੋ, ਬੱਚਿਆਂ ਨਾਲ ਖੇਲ ਸਕਦੇ ਹੋ, ਬੱਚਿਆਂ ਨਾਲ ਰੋਟੀ ਖਾ ਸਕਦੇ ਹੋ, ਪਾਣੀ ਪੀ ਸਕਦੇ ਹੋ, ਨੋ ਸਾਈਡ ਇਫੈਕਟ। ਕੋਈ ਰੇਡੀਏਸ਼ਨ ਵਾਲਾ ਰੌਲਾ ਨਹੀਂ ਹੁੰਦਾ। ਹਾਂ, ਇਹ ਹੋ ਜਾਂਦਾ ਹੈ ਕਈ ਵਾਰੀ ਬੱਚਿਆਂ ਤੋਂ ਤੁਹਾਨੂੰ ਇਨਫੈਕਸ਼ਨ ਹੋ ਸਕਦੀ ਹੈ ਕਿਉਂਕਿ ਤੁਹਾਡੀ ਥੋੜੀ ਇਮਿਊਨਿਟੀ ਡਾਊਨ ਹੁੰਦੀ ਹੈ। ਬੱਚਿਆਂ ਨੂੰ ਕੋਈ ਜ਼ੁਕਾਮ ਲੱਗਾ, ਖਾਂਸੀ ਲੱਗੀ, ਤਾਂ ਅਸੀਂ ਕਹਿ ਦਿੰਦੇ ਹਾਂ ਕਿ ਬੱਚਿਆਂ ਤੋਂ ਥੋੜਾ ਦੂਰ ਰਹਿਣਾ। ਅਦਰਵਾਈਜ਼ ਤੁਹਾਨੂੰ ਤੋਂ ਬੱਚਿਆਂ ਨੂੰ ਕੁਝ ਨਹੀਂ ਹੁੰਦਾ। ਇੱਕ ਹੁੰਦਾ ਹੈ ਕਿ ਸਰ ਟਿਊਮਰਸ ਕੈਨ ਰੀਅਕਰ ਆਫਟਰ ਰੇਡੀਏਸ਼ਨ ਥੈਰੇਪੀ। ਬਹੁਤ ਘੱਟ। ਮਤਲਬ ਦੇਖੋ ਸਰ ਮੈਮ, ਹਰ ਚੀਜ਼ ਦਾ ਨਾ ਕੋਈ ਵੀ ਆਪਾਂ ਟ੍ਰੀਟਮੈਂਟ ਜਾਂ ਕੋਈ ਵੀ ਫॉर दैट ਇਨ ਲਾਈਫ ਕੰਮ ਕਰਦੇ ਹਾਂ, ਇਟਸ ਆਲਵੇਜ਼ ਰਿਸਕ ਵਰਸਿਸ ਬੈਨੀਫਿਟ। ਅਗਰ ਆਪਾਂ ਨੂੰ ਪਤਾ ਹੈ ਕਿ ਇਸ ਚੀਜ਼ ਦਾ ਫਾਇਦਾ ਜ਼ਿਆਦਾ ਹੈ, ਰਿਸਕ ਘੱਟ ਹੈ, ਤਾਂ ਆਪਾਂ ਉਹ ਕੰਮ ਕਰਦੇ ਹਾਂ। ਸੇਮ ਹੈ ਰੇਡੀਏਸ਼ਨ ਦਾ। ਮੈਂ ਇਹ ਤਾਂ ਨਹੀਂ ਕਹੂੰਗਾ ਕਿ ਬਈ ਰੇਡੀਏਸ਼ਨ ਨਾਲ ਸੈਕੰਡ ਕੈਂਸਰਸ ਨਹੀਂ ਹੁੰਦੇ, ਬਟ ਦ ਫ੍ਰੀਕੁਐਂਸੀ ਇਜ਼ ਵੈਰੀ ਲੈਸ, ਵੈਰੀ ਮਤਲਬ ਵੀ ਲੈਸ ਦੈਨ 1-2%। ਅਤੇ ਫਿਰ ਜੇ ਇੰਨੀ ਘੱਟ ਹੈ ਤਾਂ ਰੇਡੀਏਸ਼ਨ ਦਾ ਬੈਨੀਫਿਟ ਆਪਾਂ ਨੂੰ ਕਿੰਨਾ ਜ਼ਿਆਦਾ ਮਿਲ ਰਿਹਾ, ਆਪਾਂ ਕੈਂਸਰ ਕਿਉਰ ਕਰ ਰਹੇ ਹਾਂ ਜੀ, ਤਾਂ ਵਾਈ ਸ਼ੁੱਡ ਵੀ ਨਾਟ ਹੈਵ ਦ ਬੈਨੀਫਿਟ। ਕਿਹੜੇ ਕੈਂਸਰਸ ਹੈ ਸਰ ਜਿਨ੍ਹਾਂ 'ਚ ਰੈਕਰੈਂਸ ਦੀ ਪ੍ਰੋਬੇਬਿਲਿਟੀ ਜ਼ਿਆਦਾ? ਮੈਮ ਹਰ ਕੈਂਸਰ 'ਚ ਐਕਚੁਅਲੀ ਕੈਂਸਰ ਤੋਂ ਜ਼ਿਆਦਾ ਇਟ ਡਿਪੈਂਡਸ ਔਨ ਦ ਸਟੇਜ। ਜਿੰਨੀ ਅਰਲੀ ਸਟੇਜ ਹੁੰਦੀ ਹੈ, ਇੱਕ ਰਫ ਜਿਹਾ ਅਸੀਂ ਮੰਨਦੇ ਹਾਂ ਵੀ ਜੇ ਸਟੇਜ 1 ਹੈਗੀ ਹੈ ਤਾਂ ਤਕਰੀਬਨ 90-95 ਲੋਕ ਠੀਕ ਹੋ ਜਾਂਦੇ ਨੇ ਬਿਲਕੁਲ ਕੈਂਸਰ, 90 ਲੋਕ ਠੀਕ ਹੋ ਜਾਂਦੇ ਨੇ 100 ਚੋਂ। ਉੱਦਾਂ ਹੀ ਜੇ ਸਟੇਜ 2 ਹੋ ਜਾਂਦੀ ਹੈ 75-80% ਚਲਾ ਜਾਂਦਾ ਹੈ। ਜੇ ਸਟੇਜ 3 ਹੋ ਜਾਂਦੀ ਹੈ ਉਹ ਹੋਰ ਗਿਰ ਜਾਂਦਾ ਹੈ, ਅਤੇ ਸਟੇਜ 4 ਤਾਂ ਕਿਉਰੇਬਲ ਹੈ ਹੀ ਨਹੀਂ, ਫਿਰ ਉਹ ਕੰਟਰੋਲੇਬਲ ਹੋ ਜਾਂਦੀ ਹੈ। ਤਾਂ ਇਹ ਡਿਪੈਂਡ ਕਰਦਾ ਸਟੇਜ 'ਤੇ ਮੋਸਟਲੀ। ਬਟ ਕੁਝ ਕੈਂਸਰਸ ਹੈਗੇ ਨੇ ਓਬਵੀਅਸਲੀ ਜੋ ਬਹੁਤ ਜ਼ਿਆਦਾ ਅਗਰੈਸਿਵ ਨੇ, ਜਿਵੇਂ ਕਿ ਬ੍ਰੇਨ ਦਾ ਕੈਂਸਰ ਹੋ ਜਾਏ ਕਿਸੇ ਨੂੰ, ਬ੍ਰੇਨ ਟਿਊਮਰ ਜਿਹਨੂੰ ਕਹਿੰਦੇ ਨੇ, ਉਹ ਬਹੁਤ ਜ਼ਿਆਦਾ ਅਗਰੈਸਿਵ ਹੈ। ਉਹਦੇ ਚਾਂਸਿਸ ਆਫ ਰਿਕਰੈਂਸ ਆਲਮੋਸਟ 100% ਹੁੰਦੇ ਨੇ। ਲੰਗ ਦਾ ਕੈਂਸਰ, ਫੇਫੜੇ ਦਾ ਕੈਂਸਰ, ਇਹ ਬਹੁਤ ਜ਼ਿਆਦਾ ਅਗਰੈਸਿਵ ਹੈਗਾ। ਪੈਨਕ੍ਰੀਆਸ ਜਾਂ ਮੈਦੇ ਦਾ ਕੈਂਸਰ, ਇਹ ਸਭ ਚੀਜ਼ਾਂ ਦਾ ਥੋੜ੍ਹਾ ਅਗਰੈਸਿਵ ਹੁੰਦੀਆਂ ਨੇ। ਸੁਣਨ 'ਚ ਆਉਂਦਾ ਸਰ ਕਿ ਮੈਕਸਿਮਮ ਲਾਸਟ ਸਟੇਜਸ ਦੇ ਵਿੱਚ ਡਿਟੈਕਟ ਹੁੰਦਾ ਕਿਉਂਕਿ ਐਸ ਸੱਚ ਕੋਈ ਸਾਈਨਸ ਐਂਡ ਸਿੰਪਟਮਸ ਨਹੀਂ ਹੁੰਦੇ? ਮੈਮ ਸਾਈਨਸ ਐਂਡ ਸਿੰਪਟਮਸ ਹੁੰਦੇ ਨੇ, ਆਪਾਂ ਲੋਕ ਇਗਨੋਰ ਕਰਦੇ ਹਾਂ। ਸੋ ਵਾਟ ਆਰ ਦੋਜ਼ ਸਾਈਨਸ ਐਂਡ ਸਿੰਪਟਮਸ? ਸਾਈਨ ਐਂਡ ਸਿੰਪਟਮਸ ਆਲਸੋ ਡਿਪੈਂਡ ਕਿ ਕਿੱਥੇ ਦਾ ਕੈਂਸਰ ਹੈਗਾ। ਹੁਣ ਜਿਵੇਂ ਆਪਾਂ ਛੋਟਾ ਜਿਹਾ ਐਗਜ਼ਾਮਪਲ ਲੈਂਦੇ ਹਾਂ, ਅਗਰ ਬ੍ਰੈਸਟ ਦਾ ਕੈਂਸਰ ਹੈ ਤਾਂ ਇੱਕ ਲੰਪ ਤੁਹਾਨੂੰ ਫੀਲ ਹੋਏਗਾ। ਫੀਮੇਲਸ ਦੱਸਦੀਆਂ ਨਹੀਂ ਹੈ। ਅਸੀਂ ਦੇਖਦੇ ਹਾਂ ਕਈ ਵਾਰੀ ਪੇਸ਼ੈਂਟ ਦਾ ਉਹ ਕੈਂਸਰ ਫਟ ਕੇ ਬਾਹਰ ਆ ਜਾਂਦਾ ਹੈ, ਫੈਮਿਲੀ ਤੋਂ ਉਦੋਂ ਵੀ ਨਹੀਂ ਦੱਸਦੀਆਂ ਹੈਗੀਆਂ। ਮਤਲਬ 2-2 ਸਾਲ 3-3 ਸਾਲ ਉਹ ਲੰਪ ਨੂੰ ਲੈ ਕੇ ਚੱਲੀ ਜਾਓਗੇ ਤਾਂ ਓਬਵੀਅਸਲੀ ਫਿਰ ਸਟੇਜ ਅੰਦਰ ਵੱਧਦੀ ਜਾਂਦੀ ਹੈ। ਮੂੰਹ ਦਾ ਕੈਂਸਰ ਹੈ, ਜਿਵੇਂ ਹੁਣ ਮੂੰਹ ਛਾਲਾ ਹੋਏਗਾ, ਤੁਹਾਨੂੰ ਫੀਲ ਹੋਏਗਾ ਕਿ ਛਾਲਾ ਹੋ ਰਿਹਾ ਹੈ। ਅਸੀਂ ਕਹਿੰਦੇ ਹਾਂ ਕੋਈ ਵੀ ਛਾਲਾ ਜੋ 15 ਦਿਨ ਦੇ ਨੋਰਮਲ ਟ੍ਰੀਟਮੈਂਟ ਨਾਲ ਠੀਕ ਨਹੀਂ ਹੋ ਰਿਹਾ, ਉਹਨੂੰ ਜ਼ਰੂਰ ਚੈੱਕ ਕਰਾਉਣਾ ਚਾਹੀਦਾ। ਫਿਰ ਅਗਰ ਖਾਣੇ ਦੀ ਨਲੀ ਦਾ ਕੈਂਸਰ ਹੋਏਗਾ, ਤੁਹਾਨੂੰ ਖਾਣਾ ਨਿਗਲਣ 'ਚ ਦਿੱਕਤ ਆਏਗੀ। ਲੈਟਰਿਨ ਦੇ ਰਸਤੇ ਦਾ ਕੈਂਸਰ ਹੋਏਗਾ, ਤੁਹਾਨੂੰ ਬਲੀਡਿੰਗ ਹੋਏਗੀ ਸਟੂਲ ਪਾਸ ਕਰਨ ਵੇਲੇ। ਅਗਰ ਬੱਚਾਦਾਨੀ ਦੇ ਕੈਂਸਰ ਹੋਊਗਾ ਤਾਂ ਤੁਹਾਨੂੰ ਉੱਥੋਂ ਬਲੀਡਿੰਗ ਹੋਏਗੀ ਪਰ ਵਜਾਈਨਲ। ਤਾਂ ਇਹ ਚੀਜ਼ਾਂ ਦਾ ਧਿਆਨ ਆਪਾਂ ਨਹੀਂ ਰੱਖਦੇ ਕਿਉਂਕਿ ਹੋਈ ਰੁਕ ਗਈ, ਆਪਾਂ ਨੂੰ ਤਾਂ ਚਲੋ ਕੋਈ ਨਹੀਂ ਚੱਲ ਗਿਆ ਕੰਮ। ਤਾਂ ਇਹ ਸਭ ਤੋਂ ਵੱਡਾ ਕਾਰਨ ਹੈ ਇੰਡੀਆ ਵਿੱਚ
ਸਟੇਜ ਲੇਟ ਪਹੁੰਚਣ ਦਾ ਪੇਸ਼ੈਂਟ ਦਾ। ਫੀਮੇਲਸ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬ੍ਰੈਸਟ ਕੈਂਸਰ ਐਂਡ ਸਰਵਿਕਸ ਕੈਂਸਰ ਆਈ ਗੈਸ ਇਹ ਕਾਫੀ ਕਾਮਨ ਹੈ। ਮੇਲਸ ਦੇ ਵਿੱਚ ਮੇਲਸ ਦੇ ਵਿੱਚ ਲੰਗ ਕੈਂਸਰ, ਹੈਡ ਐਂਡ ਨੈਕ ਕੈਂਸਰ ਬੜਾ ਕਾਮਨ ਹੋ ਰਿਹਾ ਅੱਜ ਕੱਲ੍ਹ, ਕਿਉਂਕਿ ਹਰਿਆਣਾ 'ਚ ਆਪਾਂ ਬੈਠੇ ਹਾਂ ਇੱਥੇ ਸਮੋਕਿੰਗ ਦਾ ਬਹੁਤ ਹੁੰਦਾ, ਲੋਕ ਸਮੋਕਿੰਗ ਟੋਬੈਕੋ ਯੂਜ਼ ਬਹੁਤ ਕਰਦੇ ਨੇ, ਤਾਂ ਬਹੁਤ ਕਾਮਨਲੀ ਹੁਣ ਹੋ ਰਿਹਾ ਕਿ ਟੋਬੈਕੋ ਯੂਜ਼ ਨਾਲ ਤਾਂ ਚਾਂਸਸ ਬਹੁਤ ਹੀ ਜ਼ਿਆਦਾ ਅਗਰੈਸਿਵਲੀ ਵੱਧ ਜਾਂਦੇ ਨੇ ਓਰਲ ਕੈਂਸਰ ਦੇ ਜਾਂ ਮੂੰਹ ਦੇ ਕੈਂਸਰ ਦੇ। ਤਾਂ ਇਹ ਹੌਲੀ ਹੌਲੀ ਵੱਧ ਰਹੇ ਨੇ, ਔਰ ਪਲੱਸ ਆਈ ਥਿੰਕ ਲੋਕਾਂ 'ਚ ਅਵੇਅਰਨੈਸ ਵੀ ਜ਼ਿਆਦਾ ਆ ਰਹੀ ਹੈ ਹੁਣ ਪਹਿਲਾਂ ਨਾਲੋਂ। ਪਹਿਲਾਂ ਲੋਕੀ ਕੀ ਕਰਦੇ ਸੀ, ਅਗਰ ਕਿਸੇ ਬਜ਼ੁਰਗ ਦਾ ਖਾਣਾ ਛੱਡਤਾ ਉਹਨੇ ਤਾਂ ਕੋਈ ਜ਼ਿਆਦਾ ਪਰਵਾਹ ਨਹੀਂ ਸੀ ਕਰਦਾ ਕਿ ਚਲੋ ਠੀਕ ਹੈ ਜੀ ਬਜ਼ੁਰਗ ਹੈ। ਹੁਣ ਥੋੜ੍ਹਾ ਜਿਹਾ ਆਪਾਂ ਲੱਗਦਾ ਕੁਝ ਖਾ ਨਹੀਂ ਰਹੇ, ਆਪਾਂ ਫਟਾਫਟ ਡਾਕਟਰ ਕੋਲ ਜਾਂਦੇ ਹਾਂ। ਉਹਦੇ ਕਰਕੇ ਡਾਇਗਨੋਸਿਸ ਵੱਧ ਰਹੇ ਨੇ, ਉਹਦੇ ਕਰਕੇ ਟਰੀਟਮੈਂਟਸ ਵੱਧ ਰਹੇ ਨੇ। ਜਿਵੇਂ ਇਹ ਟਰੀਟਮੈਂਟਸ ਦੀ ਤੁਸੀਂ ਗੱਲ ਕੀਤੀ ਕਿ ਕਾਫੀ ਵਾਈਡ ਵੈਰਾਈਟੀ ਆਫ ਟਰੀਟਮੈਂਟਸ ਨੇ, ਵੈਕਸੀਨੇਸ਼ਨ ਦੀ ਜੇ ਗੱਲ ਕਰੀਏ, ਸੋ ਇਜ਼ ਦੇयर ਐਨੀ ਵੈਕਸੀਨੇਸ਼ਨ ਅਵੇਲੇਬਲ? Vaccination is available. Vaccination is available for 1-2 cancers only as of now. First is for cervix cancer. HPV ਵੈਕਸੀਨ ਹੈਗੀ ਹੈ, ਜੋ ਯੂਜੂਲੀ ਕਹਿੰਦੇ ਨੇ ਕਿ 8 ਤੋਂ 10 ਸਾਲ ਦੀ ਕੁੜੀਆਂ ਨੂੰ ਲਗਵਾਉਣੀ ਚਾਹੀਦੀ ਹੈ। ਵੈਸੇ ਤਾਂ ਉਹ ਕਹਿੰਦੇ ਨੇ ਕਿ ਬਿਫੋਰ ਦੇਅਰ ਸੈਕਸ਼ੂਅਲ ਐਕਟੀਵਿਟੀ ਸਟਾਰਟ ਹੋਣ ਤੋਂ ਪਹਿਲਾਂ ਲੱਗਣੀ ਚਾਹੀਦੀ ਉਹਨਾਂ ਨੂੰ। ਕਾਫੀ ਕੰਟਰੀਜ਼ ਹੁਣ ਉਹ ਮੇਲਸ ਵੀ ਅਲਾਉ ਕਹਿ ਰਹੀਆਂ ਨੇ ਵੀ ਮੇਲਸ ਵੀ ਕਰਨੀ ਚਾਹੀਦੀ ਹੈ। ਇਹਦੇ ਨਾਲ ਇੱਕ ਤਾਂ ਸਰਵਿਕਸ ਦਾ ਕੈਂਸਰ ਕਾਫੀ ਹੱਦ ਤੱਕ ਘਟ ਜਾਂਦਾ ਹੈ, ਪਲੱਸ ਆਪਣੇ ਮੂੰਹ ਦੇ ਵਿੱਚ ਓਰੋਫੈਰਿੰਗਸ ਇੱਕ ਹੁੰਦਾ, ਜੀਭ ਦੇ ਪਿੱਛੇ ਵਾਲੀ ਜਗ੍ਹਾ ਨੂੰ ਓਰੋਫੈਰਿੰਗਸ ਕਹਿੰਦੇ ਆ, ਜਿਹਦੇ ਟੌਨਸਲ ਵੀ ਆਉਂਦੇ ਨੇ। ਉਹਦੇ 'ਚ ਉਸ ਕੈਂਸਰ ਨੂੰ ਘਟਾਉਣ 'ਚ ਵੀ HPV ਇਨਫੈਕਸ਼ਨ ਵੈਕਸੀਨੇਸ਼ਨ ਦਾ ਰੋਲ ਰਹਿੰਦਾ ਹੈਗਾ। ਇਨਫੈਕਸ਼ਨਸ ਦੀ ਗੱਲ ਤੁਸੀਂ ਕਰੀ ਸਰ, ਜਿਹੜੇ ਟਰੀਟਮੈਂਟ ਲੈ ਰਹੇ ਨੇ ਜਾਂ ਟਰੀਟਮੈਂਟ ਨਹੀਂ ਵੀ ਲੈ ਰਹੇ, ਕੀਮੋਥੈਰੇਪੀ, ਰੇਡੀਏਸ਼ਨ ਤੋਂ ਇਲਾਵਾ ਵੈਕਸੀਨੇਸ਼ਨਸ ਨੇ, ਜਿਹੜੀ ਨਾਰਮਲ ਕੋਰੋਨਾ ਵੈਕਸੀਨ ਜੋ ਬਹੁਤ ਮੈਂਡੇਟਰੀ ਹੈ, ਕਹਿੰਦੇ ਗੋ ਫॉर ਇਟ? ਯੈਸ। ਅਸੀਂ ਜਿਵੇਂ ਮੇਰਾ ਹੁਣ ਟਰੀਟਮੈਂਟ 5 ਦਿਨਾਂ ਦਾ ਹੁੰਦਾ, ਹਫਤੇ ਦਾ 5 ਡੇਜ਼ ਅ ਵੀਕ ਹੁੰਦਾ ਸਾਡਾ ਟਰੀਟਮੈਂਟ। ਸੈਟਰਡੇ ਸੰਡੇਜ਼ ਯੂਜੂਲੀ ਆਫ ਰਹਿੰਦੇ ਨੇ ਪੇਸ਼ੈਂਟਸ ਵਾਸਤੇ। ਤਾਂ ਅਸੀਂ ਉਹਨਾਂ ਨੂੰ ਇਹੀ ਐਡਵਾਈਸ ਕਰਦੇ ਹਾਂ ਕਿ ਤੁਸੀਂ, ਅਗਰ ਸਾਨੂੰ ਕੋਈ ਪੁੱਛਦਾ ਕਿ ਤੁਸੀਂ ਜ਼ਰੂਰ ਲਗਵਾ ਲਓ, ਬਟ ਕਈ ਵਾਰੀ ਕੀ ਹੁੰਦਾ ਕਿ ਵੈਕਸੀਨ ਤੋਂ ਬਾਅਦ ਕਈਆਂ ਨੂੰ ਥੋੜ੍ਹੀ ਲੈਥਾਰਜੀ ਜਾਂ ਥੋੜ੍ਹਾ ਫੀਵਰ ਆ ਜਾਂਦਾ ਹੈ। ਆਪਾਂ ਇਹ ਕਹਿੰਦੇ ਹਾਂ ਕਿ ਤੁਸੀਂ ਫਰਾਈਡੇ ਟਰੀਟਮੈਂਟ ਤੋਂ ਬਾਅਦ ਲਗਵਾ ਲਓ, ਤਾਂ ਕਿ ਆਪਣੇ ਕੋਲ 2 ਦਿਨ ਹੋਣ ਦੈਟ ਯੂ ਕੈਨ ਕਮ ਬੈਕ ਟੂ ਦਾ ਰੇਡੀਏਸ਼ਨ ਡਿਪਾਰਟਮੈਂਟ ਔਨ ਮੰਡੇ, ਬਿਕੋਜ਼ ਅਸੀਂ ਗੈਪ ਨਹੀਂ ਦੇਣਾ ਚਾਹੁੰਦੇ। ਜਿੰਨਾ ਗੈਪ ਘਟੇਗਾ ਉਨਾ ਹੀ ਚਾਂਸਿਸ ਆਫ ਕਿਉਰ ਵੱਧ ਜਾਂਦੇ ਨੇ। ਜਨਰਲ ਕਿਹੜੇ ਵਾਰਨਿੰਗ ਸਾਈਨਸ ਨੇ ਸਰ, ਜੋ ਤੁਹਾਨੂੰ ਲੱਗਦਾ ਹੈ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੋਗੇ, ਜਿਨ੍ਹਾਂ ਨੂੰ ਬਿਲਕੁਲ ਵੀ ਅਵੋਇਡ ਨਹੀਂ ਕਰਨਾ ਚਾਹੀਦਾ? ਮੈਮ ਸਾਰੇ ਹੀ ਵਾਰਨਿੰਗ ਸਾਈਨਸ ਹੈ, ਜਿਵੇਂ ਅਨਐਕਸਪਲੇਨਡ weight loss ਹੋ ਰਿਹਾ ਆਪਣਾ ਜਿਵੇਂ weight 10% weight loss in 3 to 4 months ਹੋ ਰਿਹਾ, ਜੋ ਆਪਾਂ ਇੰਟੈਂਟ ਨਹੀਂ ਕਰ ਰਹੇ ਵੀ ਆਪਾਂ weight ਆਪਣਾ ਘਟਾਉਣਾ ਨਹੀਂ ਚਾਹ ਰਹੇ, ਦੈਟ ਇਜ਼ ਅ ਵਾਰਨਿੰਗ ਸਾਈਨ। ਭੁੱਖ ਘੱਟ ਲੱਗਣੀ, ਐਂਡ ਦੈਨ ਸਭ ਲੋਕਲ ਸਿੰਪਟਮ ਜਿਵੇਂ ਚੱਕਰ ਆ ਗਿਆ, ਦੌਰਾ ਪੈ ਗਿਆ, ਉਹ ਦਿਖਾਉਣਾ ਚਾਹੀਦਾ। ਮੂੰਹ ਦਾ ਛਾਲਾ ਜੋ ਠੀਕ ਨਹੀਂ ਹੋ ਰਿਹਾ, ਖਾਣਾ ਨਿਕਲਣ, ਸੋਲਿਡਸ 'ਚ ਦਿੱਕਤ ਆ ਰਹੀ ਹੈ, ਲੈਟਰਿਨ ਦੇ ਰਸਤੇ 'ਚ ਖੂਨ ਆ ਰਿਹਾ ਹੈ, ਪਿਸ਼ਾਬ ਦੇ ਰਸਤੇ 'ਚ ਖੂਨ ਆ ਰਿਹਾ ਜਾਂ ਵਜਾਈਨਲ ਰਸਤੇ 'ਚ ਖੂਨ ਆ ਰਿਹਾ, ਇਹ ਸਾਈਨਸ ਹੁੰਦੇ ਨੇ ਜਿਨ੍ਹਾਂ ਨੂੰ ਬਿਲਕੁਲ ਇਗਨੋਰ ਨਹੀਂ ਕਰਨਾ ਚਾਹੀਦਾ। ਇੱਕ ਵਾਰ ਡਾਕਟਰ ਨੂੰ ਜ਼ਰੂਰ ਮਿਲੋ ਤਾਂ ਕਿ ਇੱਕ ਸਹੀ ਡਾਇਗਨੋਸਿਸ ਬਣ ਸਕੇ, ਕਿਉਂਕਿ ਹਰ ਚੀਜ਼ ਦਾ ਇੱਕ ਆਲਟਰਨੇਟ ਆਂਸਰ ਹੁੰਦਾ ਹੀ ਹੈ ਕਿ ਜੀ ਅਗਰ ਤੁਹਾਨੂੰ ਲੈਟਰਿਨ ਦੇ ਰਸਤੇ 'ਚ ਖੂਨ ਆ ਰਿਹਾ ਤਾਂ ਉਹ ਪਾਈਲਸ ਵੀ ਹੋ ਸਕਦਾ ਹੈ, ਉਹ ਕੋਈ ਹੋਰ ਛੋਟਾ ਮੋਟਾ ਅਲਸਰ ਵੀ ਹੋ ਸਕਦਾ ਹੈ, ਬਟ ਇਟ ਹੈਜ਼ ਟੂ ਬੀ ਚੈੱਕਡ ਥੋਰੋਲੀ। ਕਿਸੇ ਪੇਸ਼ੈਂਟ ਨੇ ਤੁਹਾਡੇ ਕੋਲ ਆਉਣਾ ਹੈ ਕੰਸਲਟ ਕਰਨ ਲਈ, ਤਾਂ ਕਿਹੜੀ ਪਾਸਟ ਹਿਸਟਰੀ ਹੈ ਜੋ ਉਹਨਾਂ ਨੂੰ ਐਕਿਊਮੂਲੇਟ ਕਰਨੀ ਪਊਗੀ? ਨਾਟ ਮਚ ਮੈਮ। ਬੇਸਿਕਲੀ ਤਾਂ ਸਾਡਾ ਕੰਮ ਹੁੰਦਾ ਕਿ ਜੋ ਲੇਟੈਸਟ ਪਿਛਲੇ, ਕਿਉਂਕਿ ਪੇਸ਼ੈਂਟ ਸਾਡੇ ਕੋਲ ਇੱਕਦਮ ਨਹੀਂ ਆਉਂਦੇ। ਇਹ ਇੰਡੀਆ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਕਿ ਪੇਸ਼ੈਂਟ ਸਭ ਤੋਂ ਪਹਿਲਾਂ ਤਾਂ ਕੈਮਿਸਟ ਕੋਲ ਜਾਏਗਾ, ਉਸ ਤੋਂ ਦਵਾਈ ਲਏਗਾ, ਠੀਕ ਨਹੀਂ ਹੋਏਗਾ, ਫਿਰ ਆਸ-ਪਾਸ ਰਿਸ਼ਤੇਦਾਰਾਂ ਨੂੰ ਪੁੱਛੇਗਾ, ਫਿਰ ਉਹ ਕਿਸੇ ਲੋਕਲ ਡਾਕਟਰ ਕੋਲ ਜਾਏਗਾ, ਫਿਰ ਉਹ ਅੱਗੇ, ਤਾਂ ਇੱਦਾਂ ਹੀ 1-1.5-2 ਮਹੀਨੇ ਲੋਕ ਪੇਸ਼ੈਂਟਸ ਖਰਾਬ ਕਰ ਦਿੰਦੇ ਨੇ, ਈਵਨ ਦ ਮੋਸਟ ਐਜੂਕੇਟਿਡ ਪੀਪਲ ਆਲਸੋ। ਤਾਂ ਸਾਡੇ ਕੋਲ ਆਉਣ ਤੋਂ ਪਹਿਲਾਂ ਕੋਈ ਖਾਸ ਨਹੀਂ, ਬਸ ਸਾਨੂੰ ਇੱਥੇ ਇੱਕ ਹਿਸਟਰੀ ਚਾਹੀਦੀ ਹੁੰਦੀ ਹੈ, ਬਾਕੀ ਅਸੀਂ ਆਪਣੇ ਟੈਸਟ ਹੁੰਦੇ ਹੀ ਨੇ। ਸਾਡੀ ਜਿਹੜੀ ਡਾਇਗਨੋਸਿਸ ਹੈ ਕੈਂਸਰ ਦੀ, ਉਹ ਬ੍ਰੌਡ ਬੇਸਡ ਹੈ ਕਿ ਇੱਕ ਤਾਂ ਰੇਡੀਓਲੋਜੀ ਅਤੇ ਇੱਕ ਬਾਇਓਪਸੀ। ਰੇਡੀਓਲੋਜੀ ਦਾ ਮਤਲਬ ਹੈ CT ਸਕੈਨ, MRI, PET ਸਕੈਨ। ਪੈਟ ਸਕੈਨ ਦਾ ਇੱਕ ਐਸਾ ਟੈਸਟ ਹੈ ਜੋ ਤੁਹਾਨੂੰ ਪੂਰੀ ਬਾਡੀ 'ਚ ਦੱਸ ਦਿੰਦਾ ਇੱਕੋ ਸਕੈਨ 'ਚ ਕਿ ਕੈਂਸਰ ਹੈ, ਕਿੱਥੇ ਹੈ ਅਤੇ ਕਿੰਨਾ ਹੈਗਾ। ਬਾਇਓਪਸੀ ਹੁੰਦਾ ਪੀਸ ਦਾ ਟੈਸਟ ਜਾਂ FNAC ਜਾਂ ਸੂਈ ਦਾ ਟੈਸਟ, ਉਹ ਸਾਨੂੰ ਦੱਸਦਾ ਕਿ ਕਿਹੜਾ ਕੈਂਸਰ ਹੈ, ਕਿੰਨਾ ਅਗਰੈਸਿਵ ਹੈ, ਕਿੰਨਾ ਨਹੀਂ। ਇਹ 2 ਟੈਸਟ ਸਾਡਾ ਬੇਸ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਬਾਇਓਪਸੀ ਦਾ ਟੈਸਟ ਉਹ ਦੱਸਦਾ ਕਿਹੜਾ ਕੈਂਸਰ ਹੈ, ਜਿਹੜਾ ਸਕੈਨ ਆਪਾਂ ਕੀਤਾ MRI, PET ਸਕੈਨ, ਉਹ ਦੱਸਦਾ ਕਿ ਸਟੇਜ ਕੀ ਹੈ, ਐਂਡ ਦੈਨ ਦੋਨੋਂ ਨੂੰ ਕੋਲਾਈਡ ਕਰਕੇ ਟ੍ਰੀਟਮੈਂਟ ਪਲਾਨ ਹੋ ਜਾਂਦਾ। ਪੁਰਾਣੀ ਹਿਸਟਰੀ ਇਹੀ ਹੁੰਦੀ ਹੈ ਕਿ ਜੀ ਕੋਈ ਅਗਰ ਸਰਜਰੀ ਹੋਈ ਹੈ ਜਾਂ ਕੋਈ ਲੰਬਾ ਟ੍ਰੀਟਮੈਂਟ ਸੀਗਾ ਜਿਹੜਾ ਚੱਲ ਰਿਹਾ ਹੈ, ਡਾਇਬਟੀਜ਼, ਹਾਈਪਰਟੈਂਸ਼ਨ ਅਸੀਂ ਜ਼ਰੂਰ ਪੁੱਛਦੇ ਹਾਂ। ਕਈ ਪੇਸ਼ੈਂਟ ਨੂੰ ਓਲਡ ਹਿਸਟਰੀ ਆਫ ਕੈਂਸਰ ਹੁੰਦੀ ਹੈ ਜਾਂ ਫੈਮਿਲੀ ਹਿਸਟਰੀ ਹੁੰਦੀ ਹੈ, ਜਿਵੇਂ ਕਿਸੇ ਫੀਮੇਲ ਦੇ ਮਦਰ ਸੀਗੇ ਜਾਂ ਮਾਸੀ ਸੀਗੇ, ਉਹ ਇਹ ਚੀਜ਼ਾਂ ਪੁੱਛਦੇ ਹਾਂ। ਮੈਂਸਿਸ ਦਾ ਰੋਲ ਹੁੰਦਾ ਬ੍ਰੈਸਟ ਕੈਂਸਰ 'ਚ, ਯੂਟਰਸ ਕੈਂਸਰ 'ਚ, ਸਰਵਿਕਸ ਕੈਂਸਰ 'ਚ, ਤਾਂ ਇਹ ਸਾਰਾ ਪੁੱਛਦੇ ਹਾਂ। ਬ੍ਰੈਸਟ ਫੀਡ ਹੋਇਆ ਸੀ, ਬੱਚਾ ਨਹੀਂ ਹੋਇਆ ਸੀ, ਇਹ ਸਭ ਬੇਸਿਕ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਐਸਾ ਕੁਝ ਨਹੀਂ ਹੁੰਦਾ ਜੋ ਉਹਨਾਂ ਨੂੰ ਖੁਦ ਨੂੰ ਨਾ ਪਤਾ ਹੋਵੇ। ਜੀ,
ਆਖਰੀ ਸਵਾਲ ਸਰ, ਜਿਵੇਂ ਤੁਸੀਂ ਦੱਸਿਆ ਕਿ ਕਾਫੀ ਮਿਥਸ ਹੈ ਪੇਸ਼ੈਂਟਸ ਦੇ ਵਿੱਚ ਤੇ ਕਾਫੀ ਲਾਪਰਵਾਹੀ ਵੀ ਕਰਦੇ ਆ, ਜਿਹੜਾ ਅੱਜ ਕੱਲ ਹਰ ਘਰ ਦੇ ਵਿੱਚ ਡਾਕਟਰ ਹੈ ਵਿਦ ਹੈਲਪ ਆਫ ਗੂਗਲ ਗਿਆਨ, ਉਹ ਕਿੰਨਾ ਕੁ ਹਾਨੀਕਾਰਕ ਆ? ਉਹ ਬਹੁਤ ਜ਼ਿਆਦਾ ਹਾਨੀਕਾਰਕ ਹੈ ਜੀ। ਦੇਖੋ ਐਸਾ ਨਹੀਂ ਹੈ ਕਿ ਅਸੀਂ ਡਾਕਟਰਾਂ ਦੇ ਸਾਡੇ ਘਰੇ ਪ੍ਰੋਬਲਮਸ ਨਹੀਂ ਹੁੰਦੀਆਂ, ਬਟ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਉਸ ਡਾਕਟਰ ਕੋਲ ਜਾਂਦੇ ਹਾਂ, ਅਸੀਂ ਖੁਦ ਗੂਗਲ ਨਹੀਂ ਕਰਦੇ, ਜਦ ਕਿ ਸਾਨੂੰ ਫਿਰ ਵੀ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਵੀ ਹਾਂ ਇਹ ਇਹਦਾ ਇੱਦਾਂ। ਜਿੰਨਾ ਅਸੀਂ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਔਰ ਲੋਕੀ ਲਿਟਲ ਨੌਲੇਜ ਨਾਲ ਨੂੰ ਲੱਗਦਾ ਅਸੀਂ ਸਾਰਾ ਕੁਝ ਕਰ ਸਕਦੇ ਹਾਂ, ਤਾਂ ਬਹੁਤ ਜ਼ਿਆਦਾ ਹਾਰਮਫੁਲ ਹੈਗਾ। ਤਾਂ ਆਈ ਡਿਜ਼ਿਸਟ ਮਾਈ ਪੇਸ਼ੈਂਟਸ ਫਰੋਮ ਗੂਗਲਿੰਗ, ਕਿਉਂਕਿ ਪੜ੍ਹੇ ਲਿਖੇ ਸਾਰੇ ਹੁੰਦੇ ਨੇ, ਗੂਗਲ ਅੱਜ ਕੱਲ੍ਹ ਫਿੰਗਰ ਟਿਪਸ 'ਤੇ ਹੈਗਾ। ਤਾਂ ਅਸੀਂ ਉਹਨਾਂ ਨੂੰ ਖੁਦ ਕਹਿੰਦੇ ਹਾਂ ਕਿ ਤੁਸੀਂ ਗੂਗਲ ਨਾ ਕਰੋ, ਕਿਉਂਕਿ ਗੂਗਲ ਜਦੋਂ ਬੰਦਾ ਕਰਦਾ ਹੈ ਉਹ ਸਭ ਤੋਂ ਮਾੜੀ ਚੀਜ਼ ਜਿਹੜੀ ਲਿਖੀ ਹੁੰਦੀ ਹੈ ਉਹ ਲੱਗਦਾ ਕਿ ਇਹ ਮੇਰੇ ਨਾਲ ਹੋਣੀ ਹੈ ਹੁਣ, ਤਾਂ ਉਹ ਵੈਸੇ ਹੀ ਡਿਪਰੈਸ਼ਨ ਨਾਲ ਡਾਊਨ ਹੋ ਜਾਂਦਾ ਹੈ ਕਿ ਪਤਾ ਨਹੀਂ ਮੈਂ ਮਰਨ ਲੱਗਾ। ਕੈਂਸਰ ਦਾ ਨਾਮ ਮੌਤ ਨਹੀਂ ਹੈਗੀ, ਕੈਂਸਰ ਇਜ਼ ਕਿਉਰੇਬਲ, ਬਸ ਥੋੜਾ ਐਫਰਟ, ਟਾਈਮ ਤੇ ਸਪੋਰਟ। Thank you so much for your view, sir. At last, any message for your viewers from your side? Yes, I would like to tell ਕਿ ਕੈਂਸਰ ਇਜ਼ ਕਿਉਰੇਬਲ, ਬਸ਼ਰਤੇ ਤੁਸੀਂ ਉਹਨੂੰ ਸਹੀ ਸਟੇਜ 'ਤੇ ਪਕੜੋ ਔਰ ਉਹਦਾ ਸਹੀ ਟਰੀਟਮੈਂਟ ਲਓ। ਆਪਾਂ ਸਹੀ ਟਰੀਟਮੈਂਟ ਪਹੁੰਚਣ ਤੋਂ ਪਹਿਲਾਂ ਹੀ ਬਹੁਤ ਜਗ੍ਹਾ 'ਤੇ ਹੋਰ ਚਲੇ ਜਾਂਦੇ ਹਾਂ, ਜਿਹਦੇ ਕਰਕੇ ਵੀ ਹੈਵ ਅ ਫਾਈਨੈਂਸ਼ੀਅਲ ਲਾਸ, ਔਰ ਜਦੋਂ ਆਪਾਂ ਐਕਚੁਅਲ ਟਰੀਟਮੈਂਟ 'ਤੇ ਪਹੁੰਚਦੇ ਹਾਂ ਤਾਂ ਉਹ ਟਰੀਟਮੈਂਟ ਨਹੀਂ ਕਰਾ ਪਾਉਂਦੇ। ਤਾਂ ਮੇਰੀ ਸਲਾਹ ਤੁਹਾਨੂੰ ਇਹੀ ਹੋਊਗੀ ਕਿ ਇੱਕ ਐਸੇ ਸੈਂਟਰ ਜਾਂ ਕੰਪਰੀਹੈਂਸਿਵ ਸੈਂਟਰ 'ਤੇ ਤੁਸੀਂ ਜਾਓ ਜਿੱਥੇ ਸਾਰੇ ਕੈਂਸਰ ਡਾਕਟਰਸ ਅਵੇਲੇਬਲ ਨੇ। ਪਾਰਸ ਹਸਪੀਟਲ ਪੰਚਕੂਲਾ ਜਿਵੇਂ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈਗਾ, ਪੈਟ ਸਕੈਨਸ, ਰੇਡੀਏਸ਼ਨ ਮਸ਼ੀਨ, ਕੀਮੋਥੈਰੇਪੀ, ਸਰਜਰੀ। ਅਦਰ ਐਸਪੈਕਟ ਆਈ ਥਿੰਕ ਜੋ ਬਹੁਤ ਲੋਕੀ ਨਹੀਂ ਸਮਝਦੇ ਉਹ ਹੈ ਫਿਜ਼ੀਓਥੈਰੇਪੀ। ਫਿਜ਼ੀਓਥੈਰੇਪੀ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ। ਆਪਾਂ ਅਗਰ ਫਿਜ਼ੀਓਥੈਰੇਪੀ ਰੱਖਾਂਗੇ ਔਰ ਆਪਾਂ ਕੈਂਸਰ ਤੋਂ ਕਿਉਰ ਹੋ ਜਾਂਦੇ ਹਾਂ ਤਾਂ ਇੱਕ ਹੈਲਦੀ ਲਾਈਫ ਆਪਾਂ ਜੀ ਸਕਦੇ ਹਾਂ ਅਤੇ ਆਪਾਂ ਸੁਸਾਇਟੀ ਨੂੰ ਵਾਪਸ ਕੰਟਰੀਬਿਊਟ ਕਰ ਸਕਦੇ ਹਾਂ। ਥੈਂਕ ਯੂ। Thank you so much for your views, sir. ਥੈਂਕ ਯੂ। ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਜੀ, ਡਿਸਕਸ ਕਰਾਂਗੇ ਨਵੇਂ ਹੈਲਥ ਹੈਜਟ ਨੂੰ ਨਵੇਂ ਚਿਹਰੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਐਂਡ ਡੂ ਨਾਟ ਫੋਰਗੇਟ ਟੂ ਸਬਸਕ੍ਰਾਈਬ ਟੂ ਆਵਰ ਚੈਨਲ ਐਂਡ ਡਾਊਨਲੋਡ ਆਵਰ ਐਪ।